ਅੱਜ ਅਸੀਂ ਇਹ ਦੇਖਣਾ ਕਿ ਬਾਂਸਰੀ ਦੇ ਉੱਤੇ ਅੱਧੇ ਸੁਰ ਕਿੱਦਾਂ ਵਜਾਏ ਜਾਂਦੇ ਆ। ਅਸੀਂ ਦੇਖਿਆ ਸੀ ਕਿ ਬਾਂਸਰੀ ਇੱਥੋਂ ਨੈਚੁਰਲ ਸਕੇਲ ਵਜਾਉਂਦੀ ਹੈ, ਪਰ ਬਾਂਸਰੀ ਦੇ ਵਿੱਚ ਇਹਨੂੰ ਸਾ ਨਹੀਂ ਮੰਨਿਆ ਜਾਂਦਾ, ਇਹਨੂੰ ਸਾ ਮੰਨਿਆ ਜਾਂਦਾ। ਇਹਨੂੰ ਬਾਂਸਰੀ ਦਾ ਸੈਂਟਰ ਮੰਨਿਆ ਜਾਂਦਾ। ਜਿਵੇਂ ਕਿ ਜਿਹੜੀ ਮੇਰੇ ਕੋਲ ਆਹ ਫਲੂਟ ਆ, ਬਾਂਸਰੀ ਆ, ਇਹ ਏ ਦੀ ਬਾਂਸਰੀ ਆ। ਇਹਦਾ ਮਤਲਬ ਇਹਦਾ ਆਹ ਸੁਰ ਏ ਆ, ਆ ਨਹੀਂ। ਭਾਵੇਂ ਕਿ ਬਾਂਸਰੀ ਇੱਥੋਂ ਨੈਚੁਰਲ ਸਕੇਲ ਵਜਾਉਂਦੀ ਆ, ਪਰ ਇਹਦਾ ਸੈਂਟਰ ਇਹ ਮੰਨਿਆ ਜਾਂਦਾ। ਕਿਉਂ? ਉਹ ਇਸ ਕਰਕੇ ਕਿ ਭਾਰਤੀ ਸੰਗੀਤ ਦੇ ਵਿੱਚ ਇੱਕ ਧਾਰਨਾ ਕਿ ਜਿਹੜੀ ਵੀ ਤੁਸੀਂ ਚੀਜ਼ ਵਜਾਉਣੀ ਆ, ਜਿਹੜਾ ਵੀ ਰਾਗ ਵਜਾਉਣਾ, ਤੁਹਾਡੇ ਕੋਲ ਉਹਦਾ ਮੰਦਰ ਸਪਤਕ ਦਾ ਪੰਚਮ ਅਤੇ ਤਾਰ ਸਪਤਕ ਦਾ ਗਾ ਹੋਣਾ ਜ਼ਰੂਰੀ ਹੈ। ਅਤੇ ਹੁਣ ਅਸੀਂ ਜੇ ਬਾਂਸਰੀ ਦਾ ਨੀਵੇਂ ਤੋਂ ਨੀਵਾਂ ਸੁਰ ਦੇਖ ਲਈਏ, ਇਹਨੂੰ ਅਸੀਂ ਮੰਦਰ ਦਾ ਪੰਚਮ ਸਮਝ ਲਈਏ ਤਾਂ ਪਾ, ਧਾ, ਨੀ, ਸਾ। ਅਤੇ ਇਹ ਸਾਡਾ ਪਹਿਲਾ ਸੁਰ ਬਾਂਸਰੀ 'ਤੇ ਬਣਦਾ, ਜਿਹਨੂੰ ਅਸੀਂ ਛੜਜ ਰੱਖ ਸਕਦੇ ਹਾਂ, ਸਾ ਰੱਖ ਸਕਦੇ ਹਾਂ, ਜਾਂ ਆਪਣਾ ਰੂਟ ਨੋਟ ਰੱਖ ਸਕਦੇ ਹਾਂ। ਅੱਛਾ, ਅਤੇ ਹੁਣ ਜਿਹੜੀ ਬਾਂਸਰੀ ਆ ਉਹ ਇੱਥੋਂ ਸਾਨੂੰ ਪਤਾ, ਇੱਥੋਂ ਬਾਂਸਰੀ ਨੈਚੁਰਲ ਸਕੇਲ ਨਹੀਂ ਵਜਾਉਂਦੀ, ਇੱਥੋਂ ਬਾਂਸਰੀ ਵਜਾਉਂਦੀ ਆ ਕਲਿਆਣ, ਜਾਂ ਜਿਹਨੂੰ ਆਪਾਂ ਲੀਡੀਅਨ ਮੋਡ ਕਹਿੰਦੇ ਆ। ਉਹ ਕਿਵੇਂ? ਇੱਥੋਂ ਬਾਂਸਰੀ ਲੀਡੀਅਨ ਵਜਾਉਂਦੀ ਹੈ। ਅਤੇ ਹੁਣ ਪਰ ਅਸੀਂ ਸੈਂਟਰ ਇਹਨੂੰ ਰੱਖਣਾ, ਇਸ ਕਰਕੇ ਸਾਨੂੰ ਬਾਂਸਰੀ ਉੱਤੇ ਬਾਕੀ ਸੁਰ ਵਜਾਉਣ ਲਈ ਇੱਕ ਹੋਰ ਸਹਾਰਾ ਲੈਣਾ ਪੈਂਦਾ। ਮੋਡ ਚੇਂਜ ਵਾਲਾ, ਕੀ ਚੇਂਜ ਵਾਲਾ ਕੰਮ ਨਹੀਂ ਕਰਨਾ, ਜਾਣੀ ਕਿ ਬਾਂਸਰੀ ਦੇ ਉੱਤੇ ਅੱਧੇ ਸੁਰ ਵਜਾਣੇ ਆ। ਹੁਣ ਅਸੀਂ ਅੱਜ ਦੇਖਣਾ ਬਾਂਸਰੀ ਦੇ ਉੱਤੇ ਉਹ ਸੁਰ ਫਿਰ ਕਿਵੇਂ ਵਜਾਏ ਜਾਂਦੇ। ਹੁਣ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਕਿ ਬਾਂਸਰੀ ਦੇ ਉੱਤੇ 7 ਗਲੀਆਂ। ਇੱਕ ਗਲੀ ਹੈਗੀ ਆ, ਚਾਹੇ ਇੱਥੇ ਗਲੀ ਹੋਵੇ, ਚਾਹੇ ਬਾਂਸਰੀ ਤੋਂ ਖੁੱਲ੍ਹਾ ਵਜਾਉਂਦੀ ਹੈ, ਅਤੇ 6 ਬਾਕੀ 6 ਹੁੰਦੇ ਬਾਂਸਰੀ ਦੇ ਵਿੱਚ। ਅਤੇ ਇਹਦਾ ਮਤਲਬ ਬਾਂਸਰੀ 1 2 3 4 5 6 ਅਤੇ 7 ਸੁਰ ਵਜਾਉਂਦੀ ਹੈ। ਪਰ ਇਹਨਾਂ 7 ਦੇ ਵਿੱਚ 2 ਜਗ੍ਹਾ ਬਾਂਸਰੀ ਪਹਿਲਾਂ ਹੀ ਸੈਮੀਟੋਨ ਵਜਾਉਂਦੀ ਆ। ਜਿਵੇਂ ਕਿ ਕਿੱਥੇ? ਆਹ ਦੇਖੋ, ਇਹ ਸੈਮੀਟੋਨ ਆ। ਇਹ ਕਿੱਥੇ? ਇੱਥੇ ਬਾਂਸਰੀ ਪਹਿਲੇ 2 ਜਗ੍ਹਾ ਸੈਮੀਟੋਨ ਵਜਾਉਂਦੀ ਹੈ। ਅਤੇ ਜਿਹੜਾ ਆ ਇੱਥੋਂ ਚੇਂਜ ਹੁੰਦਾ ਬਾਂਸਰੀ ਦਾ ਆਕਟੇਵ, ਉੱਥੇ ਅਸੀਂ ਅੱਧਾ ਸੁਰ ਵਜਾ ਨਹੀਂ ਸਕਦੇ, ਸੋ ਉਹ ਤਾਂ ਕੋਈ ਪੰਗਾ ਨਹੀਂ। ਅਤੇ ਇਹਦੇ ਵਿੱਚ ਵੀ ਕੋਈ ਅੱਧਾ ਸੁਰ ਨਹੀਂ। ਅਤੇ ਬਾਕੀ ਦੇ ਰਹਿ ਗਿਆ 5 ਛੇਕ। ਉਹ ਹੈ 1 2 3 4 5। ਇਹਨਾਂ 5 ਦੇ ਵਿੱਚੋਂ ਅਸੀਂ ਅੱਧੇ ਵਜਾਉਣੇ ਆ, ਅਤੇ ਸਾਨੂੰ ਪਹਿਲਾਂ ਹੀ ਪਤਾ ਕਿ ਸਪਤਕ ਦੇ ਵਿੱਚ 5 ਵਿਕਰਤ ਸੁਰ ਹੁੰਦੇ ਆ। ਰੇ ਕੋਮਲ, ਗਾ ਕੋਮਲ, ਮਾਂ ਤੀਵਰ, ਧਾ ਕੋਮਲ, ਨੀ ਕੋਮਲ। ਅਤੇ ਇਹਦਾ ਮਤਲਬ ਬਾਂਸਰੀ ਦੇ ਉੱਤੇ ਉਹੀ 5 ਵਿਕਰਤ ਸੁਰ ਵੱਜਣੇ ਆ। ਉਹੀ 5 ਜਿਵੇਂ ਕਿ ਕਾਲੇ ਹੁੰਦੇ ਆ ਹਾਰਮੋਨੀਅਮ ਦੇ ਉੱਤੇ। ਤੁਸੀਂ ਸਮਝ ਗਿਆ ਸਾਰੀ ਗੱਲ, ਉੱਥੇ ਹੀ ਗੱਲ ਆ ਗਈ ਘੁੰਮ ਕੇ। ਅਤੇ ਇਹਨਾਂ 5 ਸੁਰਾਂ ਦੇ ਵਿੱਚ ਅੱਧੇ ਕਿੱਦਾਂ ਵਜਾਉਣੇ ਆ? ਹੁਣ ਅੱਧਾ ਸੁਰ ਵਜਾਉਣ ਦੇ 2 ਤਰੀਕੇ ਆ। ਇਹ ਦੇਖੋ, ਇੱਕ ਤਾਂ ਜੇ ਇਹਦੇ ਵਿੱਚ ਅੱਧਾ ਵਜਾਉਣਾ ਹੋਵੇ, ਇੱਧਰ ਨੂੰ ਚੱਕ ਕੇ, ਥੋੜ੍ਹਾ ਜਿਹਾ ਚੱਕ ਕੇ, ਪੂਰਾ ਚੱਕ ਕੇ ਟੋਨ ਵੱਜ ਜਾਣੀ ਆ, ਥੋੜ੍ਹਾ ਜਿਹਾ ਚੱਕ ਕੇ ਸੈਮੀ ਟੋਨ ਵੱਜ ਜਾਣੇ ਆ। ਅਤੇ ਦੂਜਾ ਤਰੀਕਾ ਹੈਗਾ ਇੱਧਰ ਨੂੰ ਚੱਕ ਕੇ, ਆਹ ਦੇਖੋ, ਉੱਦਾਂ ਇਸ ਉਂਗਲੀ ਨੂੰ ਸਿੱਧਾ ਕਰ ਦੇਣਾ, ਉਹਦੇ ਨਾਲ ਅੱਧਾ ਸੁਰ ਵੱਜਣਾ, ਜਦ ਪੂਰਾ ਚੱਕ ਦੇਣਾ, ਪੂਰਾ ਵੱਜ ਜਾਣਾ। ਦੋਨੋਂ ਹੀ ਤਰੀਕੇ ਸਹੀ ਆ। ਦੋਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਠੀਕ ਲੱਗੇ ਉਹ ਤੁਸੀਂ ਅਪਣਾ ਸਕਦੇ ਆ। ਪਰ ਮੈਂ ਕਈ ਵਾਰੀ ਦੇਖਿਆ ਕਿ ਜਿਹੜੇ ਥੱਲੜੇ 2 ਸੁਰ ਆ, ਇਹਨਾਂ ਨੂੰ ਕਈ ਵਾਰੀ ਇੱਦਾਂ ਵਜਾਇਆ, ਹਵਾ ਦੀ ਬਹੁਤ ਆਵਾਜ਼ ਆਉਂਦੀ ਵਿੱਚ, ਸੋ ਇਸ ਕਰਕੇ ਇਹਨਾਂ 'ਤੇ ਕਈ ਵਾਰੀ ਇੱਦਾਂ ਵਜਾ ਲਈਦਾ। ਬਾਂਸਰੀ 'ਤੇ ਹੁੰਦਾ। ਅਤੇ ਜਿਹੜੇ ਇਹ ਸੁਰ ਆ ਉੱਪਰਲੇ 3, ਇਹਨਾਂ ਦੇ ਵਿੱਚੋਂ ਇੱਦਾਂ ਵਜਾਇਆ ਜਾ ਸਕਦਾ, ਇੱਦਾਂ ਅੱਧਾ ਵਜਾਇਆ ਜਾ ਸਕਦਾ। ਪਰ ਜਿਹੜਾ ਤੁਸੀਂ ਇੱਦਾਂ ਅੱਧਾ ਵਜਾਉਣਾ, ਇਹ ਸੌਖਾ ਬਹੁਤ ਵਜਾਉਣਾ। ਜਿਵੇਂ ਕਿ ਹੁਣ ਤੁਸੀਂ ਦੇਖੋ, ਜੇ ਇਹਦੇ ਵਿੱਚੋਂ ਅੱਧਾ ਅਸੀਂ ਇੱਦਾਂ ਵਜਾਉਣਾ ਹੋਵੇ ਤਾਂ ਕਿੰਨਾ ਸੌਖਾ। ਬਹੁਤ ਸੌਖਾ ਕੰਮ ਆ। ਅਤੇ ਪਰ ਜੇ ਇੱਦਾਂ ਵਜਾਉਣਾ ਹੋਵੇ ਤਾਂ ਹੱਥ ਸਾਨੂੰ ਜ਼ਿਆਦਾ ਹਿਲਾਉਣਾ ਪੈਣਾ। ਪਰ ਜਦੋਂ ਅਸੀਂ ਕੰਪੋਜੀਸ਼ਨ 'ਚ ਵਜਾਉਣਾ ਤਾਂ ਕਿਸੇ ਤਰੀਕੇ ਨਾਲ ਵੀ ਵਜਾਇਆ ਜਾ ਸਕਦਾ। ਹੁਣ ਆਪਾਂ ਦੇਖੀਏ ਕਿ ਬਾਂਸਰੀ ਦੇ ਉੱਤੇ ਜੇ ਅੱਧਾ ਸੁਰ ਵੱਜ ਸਕਦਾ ਇਹ 5 'ਚ, ਤਾਂ ਬਾਂਸਰੀ ਦੇ ਉੱਤੇ ਕਿੰਨੇ ਸੁਰ ਆ ਇੱਕ ਸਪਤਕ ਦੇ ਵਿੱਚ? 1 ਅੱਧਾ, 2 ਪੂਰਾ, 3 ਅੱਧਾ, 4 ਪੂਰਾ, 5 ਇਹਦੇ ਵਿੱਚ ਪਹਿਲਾਂ ਹੀ ਅੱਧਾ, 6
ਅੱਧਾ 7 ਪੂਰਾ 8, ਅੱਧਾ 9 ਪੂਰਾ 10, ਅੱਧਾ 11 ਪੂਰਾ 12। ਤੇ ਬਾਂਸਰੀ ਤੇ 12 ਹੀ ਸੁਰ ਹੋ ਗਏ। ਹੁਣ ਇਹਦਾ ਮਤਲਬ ਕੀ ਹੋਇਆ? ਜਿੱਦਾਂ ਅਸੀਂ ਪਿਛਲੇ ਵੀਡੀਓ ਦੇ ਵਿੱਚ ਕਿਹਾ ਸੀ ਕਿ ਬਾਂਸਰੀ ਹੈਗੀ ਆ ਇੱਕ ਡਾਇਆਟੋਨਿਕ ਸਾਜ਼, ਜਾਣੀ ਕਿ 7 ਸੁਰ ਵਜਾਉਣ ਵਾਲੀ ਸਾਜ਼ ਆ। ਪਰ ਹੁਣ ਅਸੀਂ ਦੇਖ ਲਿਆ ਕਿ ਬਾਂਸਰੀ ਉੱਤੇ 12 ਸੁਰ ਵੱਜ ਜਾਂਦੇ। 12 ਸੁਰ ਜਿਹਨਾਂ ਸਾਜ਼ਾਂ 'ਤੇ ਵੱਜਦੇ ਆ ਉਹਨਾਂ ਨੂੰ ਕਰੋਮੈਟਿਕ ਕਹਿੰਦੇ ਆ। ਅਤੇ ਇਹਦਾ ਮਤਲਬ ਬਾਂਸਰੀ ਸਾਡੀ ਅੱਧਾ ਸੁਰ ਜਦੋਂ ਅਸੀਂ ਵਜਾਉਣਾ ਸਿੱਖ ਲਿਆ ਤਾਂ ਡਾਇਆਟੋਨਿਕ ਤੋਂ ਕਰੋਮੈਟਿਕ ਬਣ ਗਈ। ਅਤੇ ਇਹਦੇ ਨਾਲ ਦੀ ਫਿਰ ਕਿਹੜੀ ਗੱਲ ਹੋ ਸਕਦੀ? ਇਹਦਾ ਮਤਲਬ ਬਾਂਸਰੀ ਉੱਤੇ ਸਭ ਕੁਛ ਹੀ ਵੱਜ ਸਕਦਾ ਕਿਸੇ ਵੀ ਸੁਰ ਤੋਂ। ਹੁਣ ਆਪਾਂ ਦੇਖਣਾ ਕਿ ਬਾਂਸਰੀ ਦੇ ਉੱਤੇ ਥੋੜ੍ਹਾ ਜਿਹਾ ਇੱਥੋਂ ਸ਼ੁਰੂ ਕਰਦੇ ਹਾਂ ਕਿ ਕਿਸ ਤਰੀਕੇ ਨਾਲ ਅੱਧੇ ਵਜਾਏ ਜਾਂਦੇ। ਮੈਂ ਤੁਹਾਨੂੰ 12 ਹੀ ਸੁਰ ਲਗਾਤਾਰ ਉੱਪਰ ਨੂੰ ਲਾ ਕੇ ਜਾਵਾਂਗੇ, ਲਗਾਤਾਰ ਲਾ ਕੇ ਥੱਲੇ ਨੂੰ ਆਵਾਂਗੇ। ਮੈਂ ਥੋੜ੍ਹੇ ਛੋਟੇ ਛੋਟੇ ਵਜਾਊਂਗਾ, ਪਰ ਤੁਸੀਂ ਇਹਨਾਂ ਨੂੰ ਲੰਬੇ ਸਿੱਧੇ ਬਿਨਾਂ ਕਿਸੇ ਵਾਈਬ੍ਰੇਸ਼ਨ ਤੋਂ ਵਜਾਉਣਾ ਸਿੱਖਣਾ। ਬਾਅਦ ਵਿੱਚ ਜਿੱਦਾਂ ਮਰਜ਼ੀ ਵਜਾਇਓ। ਆਹ ਦੇਖੋ ਇਹਦੇ 'ਤੇ ਬਾਂਸਰੀ 'ਤੇ ਕਿਸ ਤਰੀਕੇ ਨਾਲ 12 ਸੁਰ ਲਾ। ਉੱਪਰਲਾ ਸਾ ਉਭਰੋ, ਤੇ ਇਹ ਹੋ ਗਿਆ। ਤੇ ਹੁਣ ਜੇ ਅਸੀਂ ਬਾਂਸਰੀ ਨੂੰ ਇਹਨੂੰ ਸਾ ਮੰਨਣਾ ਹੋਵੇ ਤੇ ਇੱਥੋਂ ਅਸੀਂ ਦੇਖਿਆ ਬਾਂਸਰੀ ਕਲਿਆਣ ਵਜਾਉਂਦੀ ਹੈ। ਤੇ ਇਹਦਾ ਮਤਲਬ ਇੱਥੋਂ ਨੈਚੁਰਲ ਸਕੇਲ ਵਜਾਉਣ ਲਈ ਸਾਨੂੰ ਮਾਂ ਆ ਅੱਧਾ ਸੁਰ ਲਾਉਣਾ ਪੈਣਾ, ਮਾਂ ਨੂੰ ਕੋਮਲ ਕਰਨਾ ਪੈਣਾ ਤੀਬਰ ਤੋਂ। ਤੇ ਇੱਥੋਂ ਸਿਰਫ ਇਹੀ ਬਦਲਣੀ ਹੈ, ਸਿਰਫ ਆਹੀ ਸੁਰ ਅੱਧਾ ਲੱਗਣਾ। ਤੇ ਬਾਂਸਰੀ ਨੇ ਇੱਥੋਂ ਫਿਰ ਨੈਚੁਰਲ ਸਕੇਲ ਵਜਾਉਣਾ ਕਿਸ ਤਰੀਕੇ ਨਾਲ? ਆ ਸਾ ਹੋ ਗਿਆ, ਅੱਧਾ। ਆ ਸੀ ਨਾ ਮਾਂ ਤੀਬਰ, ਇਹਨੂੰ ਅੱਧਾ ਕਰ ਲਿਆ। ਸੋ ਇਸ ਤਰੀਕੇ ਨਾਲ ਬਾਂਸਰੀ 'ਤੇ ਇੱਥੋਂ ਬਹੁਤ ਵਧੀਆ ਸ਼ੁੱਧ ਸਕੇਲ ਵੱਜ ਜਾਂਦਾ। ਅਤੇ ਹੁਣ ਜੇ ਤੁਸੀਂ ਇਹਨਾਂ ਅੱਧੇ ਸੁਰਾਂ ਦੀ ਮਿਹਨਤ ਕਰ ਲਓਗੇ ਤਾਂ ਇਹਦਾ ਮਤਲਬ ਕਿਸੇ ਵੀ ਸੁਰ ਤੋਂ ਤੁਸੀਂ ਕੋਈ ਵੀ ਸਕੇਲ, ਥਾਟ, ਰਾਗ ਵਜਾਉਣ ਦੇ ਵਿੱਚ ਸਫਲ ਹੋ ਸਕਦੇ ਆ। ਅਤੇ ਪਰ ਬਹੁਤੇ ਜਿਹੜੇ ਸਕੇਲ ਅਤੇ ਰਾਗ ਤੁਸੀਂ ਸਿੱਖਣੇ ਆ ਉਹ ਇੱਥੋਂ ਸਿੱਖਣ ਦੀ ਕੋਸ਼ਿਸ਼ ਕਰਨੀ ਆ। ਅਤੇ ਬਾਅਦ ਵਿੱਚ ਕੋਈ ਖਾਸ ਚੀਜ਼ ਵਜਾਉਣ ਲਈ ਜੇ ਉਹਨੂੰ ਤੁਸੀਂ ਟਰਾਂਸਪੋਜ਼ ਕਿਤੇ ਕਰਨਾ ਹੋਵੇ ਤਾਂ ਉਹ ਵੀ ਕਰ ਲਈਦਾ। ਅਤੇ ਹੁਣ ਜਿਹੜਾ ਸਾਡਾ ਬੇਸਿਕ ਬਾਂਸਰੀ ਦਾ ਗਿਆਨ ਸੀ, ਬੇਸਿਕ ਬਾਂਸਰੀ ਬਾਰੇ ਇਨਫੋਰਮੇਸ਼ਨ ਸੀ, ਉਹ ਸਾਡੀ ਇੱਥੇ ਖਤਮ ਹੁੰਦੀ ਆ। ਅਤੇ ਹੁਣ ਅਸੀਂ ਗਾਂਹ ਦੀਆਂ ਵੀਡੀਓ ਦੇ ਵਿੱਚ ਕੁਝ ਐਸਾ ਦੇਖਾਂਗੇ ਕਿ ਬਾਂਸਰੀ ਉੱਤੇ ਕੁਝ ਖਾਸ ਸਕੇਲ, ਕੁਝ ਖਾਸ ਜਿਹੜੇ ਐਡਵਾਂਸ ਬਾਂਸਰੀ ਵਜਾਉਣ ਦੇ ਤਰੀਕੇ ਆ ਉਹ ਕੀ ਨੇ ਅਤੇ ਉਹਨਾਂ 'ਤੇ ਕਿਸ ਤਰੀਕੇ ਨਾਲ ਮੁਹਾਰਤ ਹਾਸਲ ਕਰਨੀ ਹੈ।